किसी ने खूब कहा है कि हर जगह इत्र ही नहीं महका करते, हर जगह इत्र ही नहीं महका करते, कभी कभी शख्सियत भी खुशबू दे जाती है। संजीदा गायकी ਅਤੇ ਸਾਹਿਤਕ ਗਤੀਵਿਧੀਆਂ ਨੂੰ ਸਮਰਪਿਤ ਇੱਕੋ ਇੱਕ ਚੈਨਲ ਚੌਹਾਨ ਐਂਟਰਟੇਨਮੈਂਟ ਚੈਨਲ, ਜਿਸ ਦੇ ਆਮੋ ਸਾਹਮਣੇ ਮੁਲਾਕਾਤ ਪ੍ਰੋਗਰਾਮ ਨੂੰ ਲੈ ਕੇ ਮੈਂ ਹਾਜ਼ਰ ਹਾਂ ਅੰਮ੍ਰਿਤਪਾਲ ਕਲੇਰ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਵੇਖੋਗੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ ਦੇ ਕਾਵਿ ਸਫ਼ਰ ਤੇ ਇੱਕ ਵਿਸ਼ੇਸ਼ ਮੁਲਾਕਾਤੀ ਹੋਣਗੇ पंजाबी ਦੇ ਸੁਪ੍ਰਸਿੱਧ ਗਜ਼ਲਗੋ ਅਤੇ ਸੀਨੀਅਰ ਪੱਤਰਕਾਰ ਸ਼੍ਰੀ ਬੂਟਾ ਸਿੰਘ ਚੌਹਾਨ। ਤੇ ਦੋਸਤੋ ਆਓ ਆਨੰਦ ਮਾਣਦੇ ਹਾਂ ਚੌਹਾਨ ਐਂਟਰਟੇਨਮੈਂਟ ਚੈਨਲ ਦੀ ਇਸ ਵਿਸ਼ੇਸ਼ ਪੇਸ਼ਕਸ਼ ਦਾ। ਅੱਜ ਮੈਂ ਜਿਸ ਮਹਾਨ ਸ਼ਖਸੀਅਤ ਨੂੰ ਤੁਹਾਡੇ ਨਾਲ ਮਿਲਾ ਰਿਹਾ ਹਾਂ, ਉਹਨਾਂ ਦਾ ਜਨਮ ਭਾਵੇਂ ਕੱਚੇ ਕੋਠੇ ਵਿੱਚ ਹੋਇਆ, ਉਹਨਾਂ ਨੇ ਜ਼ਿੰਦਗੀ ਵਿੱਚ ਇੰਨੇ ਮਹੀਨ ਕੰਮ ਕੀਤੇ, ਇਹ ਜ਼ਿੰਦਗੀ ਨੂੰ ਜਾਣਿਆ, ਆਲੇ ਦੁਆਲੇ ਨੂੰ ਜਾਣਿਆ, ਸਿੱਖ ਇਤਿਹਾਸ ਨੂੰ ਜਾਣਿਆ, ਗੁਰਬਾਣੀ ਦੀ ਖੋਜ ਕੀਤੀ, ਸੰਗੀਤ ਦੇ ਪੱਖਾਂ 'ਤੇ ਵੀ ਆਪਣੀ ਮਹਾਰਤ ਹਾਸਲ ਕੀਤੀ ਅਤੇ ਕਵਿਤਾਵਾਂ ਵੀ ਲਿਖੀਆਂ, ਅਨੇਕਾਂ ਪ੍ਰਸੰਗ ਵੀ ਲਿਖੇ, ਉਹ ਅੱਗੇ ਢਾਡੀਆਂ ਨੇ ਗਾਏ। ਇਹ ਸ਼ਖਸੀਅਤ ਹੈ ਸੰਤ ਬਲਬੀਰ ਸਿੰਘ ਜੀ ਘੁੰਨਸ। ਇਹਨਾਂ ਬਾਰੇ ਮੈਨੂੰ ਬਹੁਤਾ ਦੱਸਣ ਦੀ ਲੋੜ ਨਹੀਂ, ਆਪ ਹੀ ਪੰਜਾਬ ਦੇ ਲੋਕ ਇਹਨਾਂ ਨੂੰ ਜਾਣਦੇ ਨੇ। ਇਹਨਾਂ ਨੂੰ ਜੇ ਤਰਵੈਣੀ ਕਿਹਾ ਲਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਇਹਨਾਂ ਨੇ ਰਾਜਨੀਤੀ ਦੇ ਵਿੱਚ ਵੀ ਬਹੁਤ ਵੱਡਾ ਨਾਂ ਹੈ। ਇਸੇ ਤਰ੍ਹਾਂ ਧਾਰਮਿਕ ਤੌਰ 'ਤੇ ਵੀ ਇਹਨਾਂ ਦੀ ਸ਼ਖਸੀਅਤ ਹੈ ਜਿਹੜੀ ਉਹ ਬਹੁਤ ਮਜ਼ਬੂਤ ਹੈ, ਬਲਵਾਨ ਹੈ। ਇਸੇ ਤਰ੍ਹਾਂ ਕਲਮਕਾਰੀ ਇਹਨਾਂ ਦੇ ਹਿੱਸੇ ਵਿੱਚ ਆਈ ਹੈ। ਹਰ ਸਮੇਂ ਕੁਝ ਨਾ ਕੁਝ ਕਰਦੇ ਰਹਿਣਾ ਇਹਨਾਂ ਦਾ ਇੱਕ ਤਰ੍ਹਾਂ ਦਾ ਧਰਮ ਹੈ। ਆਪਾਂ ਉਹਨਾਂ ਤੋਂ ਅੱਜ ਸਿਰਫ ਉਹਨਾਂ ਦੇ ਕਾਵਿ ਸਫ਼ਰ ਬਾਰੇ ਪੁੱਛਾਂਗੇ, ਉਹਦੇ ਬਾਰੇ ਸਵਾਲ ਪੁੱਛਾਂਗੇ, ਉਹਦੇ ਉਹ ਭੇਤ ਜਾਣਾਂਗੇ ਜਿਨ੍ਹਾਂ ਦਾ ਇਹਨਾਂ ਦੇ ਜਿਹੜੇ ਅਨੁਯਾਈ ਨੇ ਕਿ ਜਾਂ ਪ੍ਰਸ਼ੰਸਕ ਨੇ ਜਾਂ ਇਹਨਾਂ ਦੀ ਸ਼ਰਧਾ ਵੀ ਰੱਖਦੇ ਨੇ, ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪੂਰਨ ਤੌਰ 'ਤੇ ਨਹੀਂ ਪਤਾ। ਅੱਜ ਦੀ ਮੁਲਾਕਾਤ ਦਾ ਇਹੋ ਮਕਸਦ ਹੈ ਸਾਡਾ। ਉਹਨਾਂ ਨੇ ਹੁਣ ਤੱਕ ਜਿੰਦ ਮਿੱਟੀ ਢੇਰੀ ਕਾਵਿ ਸੰਗ੍ਰਹਿ, ਇਹ ਪੁਸਤਕ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਹਾਂ, ਇਸ ਵਿੱਚ ਇਹਨਾਂ ਦੀ ਇੱਕ ਲੰਬੀ ਮੁਲਾਕਾਤ ਹੈ, ਕੁਝ ਕੁ ਪੈੜਾਂ ਮੇਰੀਆਂ। ਇਸੇ ਤਰ੍ਹਾਂ ਸੰਤ ਅਤਰ ਸਿੰਘ ਜੀ ਘੁੰਨਸ ਉਸ ਸਥਾਨ ਦੇ ਇਹ ਮੁਖੀ ਨੇ। ਉੱਥੋਂ ਦੇ ਹਰ ਗਤੀਵਿਧੀ ਨੂੰ ਆਤਮਿਕ ਤੌਰ 'ਤੇ ਜੁੜ ਕੇ ਨਿਭਾਉਂਦੇ ਨੇ ਅਤੇ ਉਹ ਸਥਾਨ ਜਿਹੜਾ ਸੰਤ ਅਤਰ ਸਿੰਘ ਘੁੰਨਸ ਜੀ ਨੇ ਵਰਸਾਇਆ ਸੀ, ਉਹਨਾਂ ਦੀ ਇਹ ਹਰ ਤਰ੍ਹਾਂ ਨਾਲ ਸੇਵਾ ਕਰਦੇ ਨੇ। ਹਰ ਦਿਹਾੜਾ ਜਿਹੜਾ ਉੱਥੇ ਮਨਾਇਆ ਜਾਂਦਾ ਹੈ। ਉਹਨਾਂ ਦੀ ਸ਼ਖਸੀਅਤ ਦੇ ਸਾਰੇ ਪੱਖਾਂ ਬਾਰੇ ਇਹ ਪੁਸਤਕ ਰਚੀ ਗਈ ਸੀ। ਇਸ ਤੋਂ ਬਿਨਾਂ ਸਮੇਂ ਸਿਰ ਇਹਨਾਂ ਨੇ ਅਨੇਕਾਂ ਕਵਿਤਾਵਾਂ ਲਿਖੀਆਂ ਅਤੇ ਹੋਰ ਜਿਹੜੇ ਸਾਹਿਤਕਾਰ ਸੀ ਉਹ ਕੀਤੇ। ਅੱਜ ਆਪਾਂ ਉਹਨਾਂ ਤੋਂ ਪਹਿਲਾਂ ਇਹ ਜਾਣਾਂਗੇ ਕਿ ਉਹ ਕਵਿਤਾ ਦੇ ਲੜ ਕੇ ਮਿਲ ਗਏ। ਚੌਹਾਨ ਸਾਹਿਬ, ਹਾਂਜੀ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਇਹ ਗੱਲ ਕਹਿਣ ਦਾ ਸਮਾਂ ਦਿੱਤਾ। ਕਵਿਤਾ ਦੀ ਜਿਹੜੀ ਗੱਲ ਹੈ, ਜੇ ਕਹਿ ਲਵਾਂ ਤੇ ਬਚਪਨ ਦੇ ਵਿੱਚ ਹੀ ਮੇਰੇ ਉਸਤਾਦ ਸੰਤ ਮਹਿੰਦਰ ਸਿੰਘ ਝਾੜੋਂ, ਹਾਂਜੀ, ਜੋ ਕਿ ਬਹੁਤ ਵਿਦਵਾਨ ਸਨ, ਅੱਛਾ, ਅਤੇ ਜਿਹੜੇ ਹਰ ਇੱਕ ਪੱਖ ਦੇ ਉੱਪਰ ਉਹਨਾਂ ਦਾ ਅਧਿਐਨ ਸੀ, ਗੁਰਬਾਣੀ ਦੇ ਗਿਆਤਾ ਸਨ, ਅੱਛਾ, ਅਤੇ ਉਹ ਕਵਿਤਾ ਵੀ ਲਿਖਿਆ ਕਰਦੇ ਸਨ। ਅੱਛਾ, ਅਤੇ ਜਿਸ ਕਰਕੇ ਉਹਨਾਂ ਕੋਲ ਬਹੁਤ ਜ਼ਿਆਦਾ ਸਾਹਿਤ ਸੀ ਜਿਹੜਾ ਪੁਸਤਕ ਦੇ ਰੂਪ ਵਿੱਚ ਹੁੰਦਾ ਸੀਗਾ। ਅੱਛਾ, ਜਿੱਥੋਂ ਪਾਠ ਕਰਦੇ ਹਾਂ ਜਾਂ ਕੀਰਤਨ ਸਿੱਖਦੇ ਹਾਂ, ਉਹਨਾਂ ਕੋਲੋਂ ਇਹ ਵੀ ਸਮਾਂ ਮਿਲਿਆ ਵੀ ਉਹ ਆਪ ਕਿਤਾਬਾਂ ਪੜ੍ਹਦੇ ਸਨ, ਲਿਟਰੇਚਰ ਪੜ੍ਹਦੇ ਸਨ, ਧਾਰਮਿਕ ਤੌਰ 'ਤੇ ਵੀ, ਅਤੇ ਸਾਹਿਤ ਨਾਲ ਬਹੁਤ ਜੁੜੇ ਸਨ। ਅਤੇ ਮੈਨੂੰ ਵੀ ਜੇ ਕਹਾਂ ਵੀ ਬਚਪਨ ਦੇ ਵਿੱਚ ਹੀ ਇਹ ਗੁੜਤੀ ਲਾ ਲਓ ਜਾਂ ਮੇਰੇ ਅੱਜ ਤੱਕ ਯਾਦ ਹੈ ਉਹ ਪਹਿਲੀ ਕਿਤਾਬ ਜਿਹੜੀ ਸੀ, ਅੱਛਾ, ਪ੍ਰੀਤਾਂ ਅਤੇ ਪਰਛਾਵੇਂ ਉਹਦਾ ਨਾਮ ਸੀ, ਸਰ ਮਹਿੰਦਰ ਸਿੰਘ ਸੇਠੀ ਸਾਹਿਬ ਦੀ ਉਹ ਲਿਖੀ ਹੋਈ ਸੀ ਪਹਿਲੀ ਕਿਤਾਬ। ਉਹ ਕਹਾਣੀਆਂ ਦੀ ਕਿਤਾਬ ਸੀ ਅਤੇ ਮੈਨੂੰ ਅੱਜ ਵੀ ਉਹਨਾਂ ਦੇ ਵਿੱਚੋਂ ਬੜਾ ਲੰਬਾ ਭਾਵੇਂ ਸਮਾਂ ਹੋ ਗਿਆ ਪੜ੍ਹਿਆ ਨੂੰ, ਅੱਜ ਵੀ ਹੂਬਹੂ ਕਈ ਕਹਾਣੀਆਂ ਚੇਤੇ ਨੇ, ਯਾਦ ਨੇ। ਬਸ ਉੱਥੋਂ ਹੌਲੀ ਹੌਲੀ ਸ਼ੁਰੂਆਤ ਹੋਈ ਅਤੇ ਜਿਸ ਕਰਕੇ
ਕਿਤਾਬਾਂ ਪੜ੍ਹਨ ਦਾ ਰੁਝਾਨ ਰਿਹਾ। ਉਦੋਂ ਉਮਰ ਕਿੰਨੀ ਕੁ ਸੀ ਤੁਹਾਡੀ ਜਦੋਂ? ਤਕਰੀਬਨ ਸਕੂਲ ਪੜ੍ਹਦਿਆਂ ਮਨ ਦੇ ਵਿੱਚ ਨਾਲ ਹੀ ਸਥਾਨ ਸੀ ਗੁਰੂ ਘਰ, ਉੱਥੇ ਜਾਣ ਲੱਗੇ। 15 ਕੁ ਸਾਲ ਮੇਰਾ ਖਿਆਲ ਘੱਟ ਵੀ ਹੋ ਸਕਦੀ ਉਸ ਤੋਂ। ਅਤੇ ਜਦੋਂ ਮੈਂ ਇਹ ਪਹਿਲੀ ਕਿਤਾਬ ਜਿਹੜੀ ਸੀ ਕਹਾਣੀਆਂ ਦੀ ਉਹ ਪੜ੍ਹੀ, ਪਰ ਪੰਜਾਬੀ ਦੇ ਵਿੱਚ ਹੋਣ ਦੇ ਨਾਤੇ ਬੜਾ ਮਨ ਨੂੰ ਇਸ ਪਾਸੇ ਲੱਗਣ ਲੱਗੀ, ਜਿਸ ਕਰਕੇ ਮੇਰਾ ਖਿਆਲ ਹੈ ਫਿਰ ਇਹ ਬਹਾਅ ਸ਼ੁਰੂ ਹੋ ਗਿਆ। ਫਿਰ ਤਾਂ ਪੰਜਾਬੀ ਦਾ ਨਾਮ ਕਿਹੜਾ ਲੇਖ ਸੀ ਅਤੇ ਜਿਹੜਾ ਨਾ ਪੜ੍ਹਿਆ ਹੋਵੇ, ਤਕਰੀਬਨ ਸਾਰੇ ਹੀ ਮੈਂ ਪੜ੍ਹਦਾ ਰਿਹਾ। ਇਹ ਜਿਹੜੀਆਂ ਤੁਸੀਂ ਗੱਲਾਂ ਦੱਸਦੇ ਹੋ ਸੰਤ ਮਹਿੰਦਰ ਸਿੰਘ ਜੀ ਬਾਰੇ, ਮੇਰਾ ਖਿਆਲ ਹੈ ਕਿ ਉਹਨਾਂ ਦੀ ਕਿਤਾਬ ਵੀ ਇੱਕ ਛਪੀ ਸੀ, ਉਹ ਵੀ ਇਲਾਕੇ ਦੇ ਲੋਕਾਂ ਨੇ ਪੜ੍ਹੀ। ਉਹ ਸਮੇਂ ਆਪਣੇ ਸਮੇਂ ਦੇ ਨਾਲੋਂ ਅੱਗੇ ਸੋਚਣ ਵਾਲੇ ਸਨ। ਹਾਂਜੀ, ਉਹਨਾਂ ਸਮਿਆਂ ਦੇ ਵਿੱਚ ਜਿਹੜਾ ਸੀ ਸਾਹਿਤ ਅਤੇ ਗੁਰਦੁਆਰਾ ਸਾਹਿਬ ਇੱਕ ਪ੍ਰਸੰਗ ਦੇ ਵਿੱਚ ਨਹੀਂ ਸੀ ਦੇਖਿਆ ਜਾਂਦਾ। ਇਹ ਸਮਝਿਆ ਜਾਂਦਾ ਸੀ ਕਿ ਜਿਹੜੇ ਕਿਤਾਬਾਂ ਕਾਮਰੇਡ ਲਿਖਦੇ ਨੇ ਉਹਨਾਂ ਦੇ ਪਿੱਛੇ ਉਹਨਾਂ ਦੀ ਕੀ ਪ੍ਰਵਿਰਤੀ ਸੀ ਕਿ ਤੁਹਾਨੂੰ ਉਹ ਆਪ ਪੜ੍ਹਨ ਲਈ ਕਹਿੰਦੇ ਸੀ ਕਿ ਸਾਹਿਤਕ ਕਿਤਾਬਾਂ ਵੀ ਨਾਲ ਪੜ੍ਹੋ। ਕੀ ਭਾਵਨਾ ਉਹਨਾਂ ਹੀ ਲੱਗਦੀ ਹੈ ਤੁਹਾਨੂੰ? ਦੇਖੋ, ਪਹਿਲੀ ਜਿਹੜੀ ਕਿਤਾਬ ਸੀਗੀ ਉਹ ਤਾਂ ਉਹਨਾਂ ਦੇ ਕਹਿਣ 'ਤੇ ਨਹੀਂ, ਉਹ ਤਾਂ ਮੈਨੂੰ ਆਪ ਹੀ ਜਦੋਂ, ਕਿਉਂਕਿ ਉਹ ਵੈਦ ਵੀ ਸਨ, ਅੱਛਾ, ਵੈਦ ਸਨ, ਅਤੇ ਉੱਥੇ ਜਦੋਂ ਅਲਮਾਰੀ ਖੋਲ੍ਹਦੇ ਅਤੇ ਉਹਦੇ ਵਿੱਚ ਜਿਹੜੀਆਂ ਰੁਚੀਆਂ ਪੈਦਾ ਹੋਈਆਂ ਤਕਰੀਬਨ ਮੈਨੂੰ ਵੈਦ ਬਣਨ ਦੀਆਂ ਵੀ, ਅੱਛਾ, ਸਾਹਿਤ ਪੜ੍ਹਨ ਦੀਆਂ ਵੀ, ਉਹ ਉੱਥੋਂ ਹੀ ਜਦੋਂ ਅਲਮਾਰੀ ਖੋਲ੍ਹਦੇ ਮੈਂ ਉੱਪਰ ਵੇਖਦਾ ਵੀ ਕਿੰਨੀਆਂ ਹੀ ਕਿਤਾਬਾਂ ਪਈਆਂ ਨੇ। ਉਹਦੇ ਵਿੱਚੋਂ ਜਿਹੜੀ ਮੇਰੇ ਇੱਕ ਹੱਥ ਲੱਗੀ ਉਹ ਇਹੋ ਸੀ ਜਿਹੜੀ ਮੈਂ ਤੁਹਾਨੂੰ ਦੱਸ ਕੇ ਹਟਾਂ, ਪ੍ਰੀਤਾਂ ਤੇ ਪਰਛਾਵੇਂ। ਮਨ ਨੂੰ ਚੰਗੀ ਲੱਗੀ, ਹੌਲੀ ਹੌਲੀ ਪੜ੍ਹਦਾ ਰਿਹਾ ਅਤੇ ਉਸ ਤੋਂ ਬਾਅਦ ਫਿਰ ਇਹ ਸ਼ੁਰੂਆਤ ਹੋ ਗਈ। ਜਿੱਥੋਂ ਤੱਕ ਗੱਲ ਸੀਗੀ ਵੀ ਉਹ ਗੁਰੂ ਘਰ ਅਤੇ ਸਾਹਿਤ, ਕਿਉਂਕਿ ਗੁਰੂ ਘਰ ਦੇ ਵਿੱਚ ਸਭ ਤੋਂ ਵੱਡਾ ਜੇ ਕਿਸੇ ਨੂੰ ਮੰਨਿਆ ਗਿਆ ਹੈ, ਸਤਿਕਾਰ ਮਿਲਿਆ ਹੈ, ਜਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਤੇ ਜਿਹਨੂੰ ਅਸੀਂ ਸਾਰਾ ਸੰਸਾਰ ਹੀ ਮੰਨਦਾ ਹੈ, ਅਤੇ ਪਰੰਪਰਾਗਤ ਤੌਰ 'ਤੇ ਵੀ ਇਸ ਤੋਂ ਵੱਡੀ ਮੇਰਾ ਖਿਆਲ ਹੈ ਸਾਹਿਤ ਦੇ ਵਿੱਚ ਕੋਈ ਵਡਿਆਈ ਨਹੀਂ ਹੋ ਸਕਦੀ ਵੀ ਜਿਹੜੇ ਸਾਹਿਤ ਦੇ ਵਿੱਚ ਸ਼ਬਦ ਨੂੰ ਗੁਰੂ ਮੰਨਿਆ ਜਾਵੇ। ਇਹ ਮੈਂ ਸਮਝਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਹੈ ਅਤੇ ਗੁਰੂ ਘਰਾਂ ਦੇ ਵਿੱਚ ਹੀ ਹੈ। ਅਤੇ ਇਸੇ ਕਰਕੇ ਇਹ ਗੁਰੂ ਘਰਾਂ ਦੇ ਵਿੱਚ, ਪੁਰਾਤਨ ਗੁਰੂ ਘਰਾਂ ਦੇ ਵਿੱਚ ਬਹੁਤ ਸਾਰਾ ਸਾਹਿਤ ਸੀ, ਅਤੇ ਜਿਹੜੇ ਉੱਥੋਂ ਦੇ ਵਿਦਿਆਰਥੀ ਸਨ ਉਹ ਹਰ ਇੱਕ ਪੱਖ ਦੇ ਉੱਪਰ, ਭਾਵੇਂ ਉਹ ਭਾਈ ਗੁਰਦਾਸ ਦੀਆਂ ਵਾਰਾਂ ਸਨ, ਭਾਵੇਂ ਉਹ ਸੂਰਜ ਪ੍ਰਕਾਸ਼ ਸੀ ਜਿਹਨੂੰ ਗੁਰਪ੍ਰਤਾਪ ਸੂਰਜ ਵੀ ਕਿਹਾ ਜਾਂਦਾ, ਅਤੇ ਚਾਹੇ ਧਾਰਮਿਕ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਮੌਕੇ ਦੇ ਵੀ ਜਿਹੜਾ ਗੁਰਮਤਿ ਪ੍ਰਕਾਸ਼ ਛਪਦਾ ਸੀ, ਉਹ ਹਰ ਇੱਕ ਮਹੀਨੇ ਉਹ ਪਰਚਾ ਸੀ ਜਿਹੜਾ ਉਹ ਆਉਂਦਾ ਹੁੰਦਾ। ਅਤੇ ਤਕਰੀਬਨ 15 ਸਾਲ ਦੀ ਉਮਰ ਦੇ ਵਿੱਚ ਹੀ ਮੈਂ ਗੁਰਪ੍ਰਤਾਪ ਸੂਰਜ ਮੂਹਰੇ ਪੜ੍ਹਨ ਲੱਗ ਗਿਆ ਸੀ। ਗਿਆਨੀ ਜੀ ਕਥਾ ਕਰਦੇ ਹੁੰਦੇ ਸਨ, ਇਸ ਕਰਕੇ ਮੈਂ ਤਾਂ ਉਹ ਮੰਜੀ ਸਾਹਿਬ ਦੇ ਉਹ ਬਰਾਬਰ ਵੀ ਨਹੀਂ ਆਉਂਦਾ ਸੀ, ਅਤੇ ਜਿਸ ਕਰਕੇ ਕਈ ਵਾਰੀ ਤਾਂ ਹੀ ਪਤਾ ਲੱਗਦਾ ਵੀ ਬੱਚਾ ਬੋਲ ਕਿੱਥੋਂ ਰਿਹਾ ਹੈ, ਅਤੇ ਗਿਆਨੀ ਜੀ ਉਹਨਾਂ ਵੱਲ ਮਤਲਬ ਜ਼ਿਆਦਾ ਰਹਿੰਦਾ। ਇਸ ਕਰਕੇ ਲਾਗਨ ਸੀ, ਜਾਂ ਕਰੀ ਗੁਰੂ ਮਹਾਰਾਜ ਦੀ ਕਿਰਪਾ ਸੀ, ਮੈਨੂੰ ਜ਼ਿਆਦਾ ਹੀ ਇਸ ਪਾਸੇ ਰਹੀ, ਅਤੇ ਜਿਸ ਕਰਕੇ ਮੇਰਾ ਮਨ ਵੀ ਇੱਧਰ ਲੱਗਿਆ ਰਿਹਾ। ਹੁਣ ਤੱਕ ਤੁਸੀਂ ਜਿੰਨੀ ਕਵਿਤਾ ਲਿਖੀ ਹੈ ਉਹ ਛੰਦਾਬੰਦੀ ਦੇ ਵਿੱਚ ਹੈ। ਇਹ ਕੋਈ ਛੰਦਾਬੰਦੀ ਦਾ ਗਿਆਨ ਕੋਈ ਤੁਸੀਂ ਵਿਸ਼ੇਸ਼ ਤੌਰ 'ਤੇ ਕਿਸੇ ਤੋਂ ਹਾਸਲ ਕੀਤਾ ਕਿ ਜਾਂ ਢਾਡੀਆਂ ਦੀਆਂ ਵਾਰਾਂ ਸੁਣ ਕੇ ਇਹ ਸਾਰਾ ਤੁਹਾਡੇ ਅੰਦਰ ਜਿਹੜੀਆਂ ਬਹਿਰਾਂ ਸੀ ਕਿ ਜਾਂ ਉਹ ਵਸੀਆਂ ਜਾਂ ਇਹ ਗੱਲ ਆਖਣ ਦੇ ਮਾਧਿਅਮ ਸੀਗੇ, ਉਹ ਤੁਹਾਡੇ ਅੰਦਰ ਇੱਕ ਸੰਚੇ ਵਾਂਗ ਜਿਹੜੇ ਫਿੱਟ ਹੋਏ, ਇਹਦੀ ਕੀ ਕਹਿਣਾ ਚਾਹੋਗੇ? ਦੇਖੋ, ਉਸ ਮੌਕੇ ਉਹ ਵੱਡੇ ਸਥਾਨ ਸਨ ਸਾਡੇ, ਅਤੇ ਜਿੱਥੇ ਮੈਂ ਸਮਝਦਾ ਵੀ ਪੰਜਾਬ ਦੇ ਜਿੰਨੇ ਵੀ ਨਾਮਵਰ ਢਾਡੀ ਸਨ, ਚਾਹੇ ਉਹ ਸੋਹਣ ਸਿੰਘ ਸੀਤਲ ਜੀ ਸਨ, ਚਾਹੇ ਦਇਆ ਸਿੰਘ ਦਲਵਰ ਜੀ ਸਨ, ਚਾਹੇ ਪਾਲ ਸਿੰਘ ਪੰਛੀ ਜੀ ਸਨ, ਅਤੇ ਕਈ ਹੋਰ ਢਾਡੀ ਮੈਂ ਜੇ ਗਿਣਤੀ ਕਰਨ ਲੱਗਾ ਤਾਂ ਮੇਰਾ ਖਿਆਲ ਹੈ ਵੀ ਆਪਣਾ ਸਮਾਂ ਬਹੁਤ ਇਸ ਪਾਸੇ ਲੱਗੇਗਾ। ਜਿੰਨੇ ਨਾਮਵਰ ਢਾਡੀ ਸਨ ਉਹ ਸਾਰੇ ਹੀ ਸਾਡੇ ਉਹਨਾਂ ਸਥਾਨਾਂ 'ਤੇ ਆਉਂਦੇ ਸੀ, ਬੜਾ ਮਾਨ ਸਨਮਾਨ ਉਹਨਾਂ ਦਾ ਕੀਤਾ ਜਾਂਦਾ ਸੀ, ਬੜੀ ਉੱਚ ਪਾਏ ਦੀ ਕਵਿਤਾ ਉਹਨਾਂ ਦੀ ਹੁੰਦੀ ਸੀ। ਇਸ ਕਰਕੇ ਅਤੇ ਜਦੋਂ ਬੁਲਾਰਾ ਬੋਲਣ ਲੱਗਦਾ ਸੀ ਉਹਨਾਂ ਦਾ ਆਗੂ ਜਿਵੇਂ ਪਾਲ ਸਿੰਘ ਪੰਛੀ, ਜਿਨ੍ਹਾਂ ਦਾ ਨਾਵਲ ਵੀ ਵਿਚੋਲਾ ਨਾਵਲ ਉਹਨਾਂ ਦਾ ਮੈਂ ਪੜ੍ਹਿਆ, ਅਤੇ ਉਹਨਾਂ ਦੀਆਂ
ਕਵਿਤਾਵਾਂ ਦੀਆਂ ਬਹੁਤ ਪੁਸਤਕਾਂ ਜਿਹੜੀਆਂ ਆਈਆਂ। ਸੋਹਣ ਸਿੰਘ ਸੀਤਲ ਤਾਂ ਬਹੁਤ ਵੱਡੇ ਦੋਏ ਪੱਖਾਂ ਦੇ ਉੱਪਰ, ਨਾਵਲ ਦੇ ਉੱਪਰ ਵੀ, ਢਾਡੀ ਵਾਰਾਂ ਦੇ ਉੱਪਰ ਵੀ, ਤੇ ਉਹਨਾਂ ਨੂੰ ਬਹੁਤ ਆਪਣਾ ਢਾਡੀ ਬੜੇ ਸਤਿਕਾਰ ਨਾਲ ਪਿਤਾ ਸਮਾਨ ਮੰਨਦੇ ਨੇ। ਸੋ ਮੈਨੂੰ ਬੜਾ ਮਾਣ ਮਿਲਿਆ ਵੀ ਉਹਨਾਂ ਦੇ ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਗਿਆ, ਇੰਚੋਗਲ ਨਹਿਰ ਤੱਕ ਯੁੱਗ ਬਦਲ ਗਿਆ, ਦੇਖੀ ਮਾਣੀ ਦੁਨੀਆ, ਤੇ ਉਹ ਸਾਰਾ ਹੀ ਉਹਨਾਂ ਦਾ। ਹੋਰ ਬਹੁਤ ਸਾਰੀਆਂ ਕਿਤਾਬਾਂ ਸਰਦਾਰ ਸੋਹਣ ਸਿੰਘ ਸੀਤਲ ਹੋਰਾਂ ਦੀਆਂ ਮੈਨੂੰ ਪੜ੍ਹਨ ਦਾ ਸਮਾਂ ਮਿਲਿਆ, ਤੇ ਉਹ ਇੱਕੋ ਜਿਹਾ ਪੱਖ ਰੱਖਦੇ ਸਨ, ਕਵਿਤਾ ਦੇ ਵਿੱਚ ਵੀ ਤੇ ਉਹ ਆਪਣੇ ਨਾਵਲ ਲਿਖਣ ਦੇ ਵਿੱਚ ਵੀ। ਉਹ ਕਵਿਤਾ ਕਿਹੜੀ ਸੀ ਜਿਹੜੀ ਤੁਸੀਂ ਸਭ ਤੋਂ ਪਹਿਲੀ ਵਾਰ ਲਿਖੀ? ਉਦੋਂ ਤਾਂ ਤੁੱਕਬੰਦੀ ਜੀ ਕਰਦੇ ਹੁੰਦੇ ਸੀ। ਅੱਛਾ ਜੀ। ਕੋਈ ਮਤਲਬ ਕਿ ਜਾਂ ਉਹੀ ਲਿਖ ਦੇਣਾ ਵੀ ਜਿਵੇਂ ਨਾਲ ਦੇ ਸਾਥੀ ਨੇ ਨਾ, ਉਹਨਾਂ 'ਤੇ ਕੁਛ ਨਾ ਕੁਛ ਬਣਾ ਦੇਣਾ। ਅੱਛਾ ਜੀ। ਤੇ ਫਿਰ ਹੌਲੀ ਹੌਲੀ ਉਹ ਇਹ ਵੀ ਨਹੀਂ ਪਤਾ ਸੀਗਾ ਵੀ ਇਹ ਕੰਮ ਦੀਆਂ ਚੀਜ਼ਾਂ ਨੇ। ਅੱਛਾ। ਜਿੱਥੇ ਲਿਖ ਦੇਣਾ ਉੱਥੇ ਹੀ ਛੱਡ ਦੇਣਾ। ਕਈ ਵਾਰੀ ਆਪ ਨੂੰ ਵੀ ਨਹੀਂ ਯਾਦ ਨਹੀਂ ਵੀ ਕਿੰਨਾ ਕੁਛ ਲਿਖ ਲਿਆ, ਕਿੱਥੇ ਕਿੱਥੇ ਛੱਡਤਾ। ਅੱਛਾ। ਤੇ ਇਹ ਤਾਂ ਅਖੀਰ ਤੇ ਜਾ ਕੇ ਜਦੋਂ ਮੈਂ ਇੱਥੇ ਆਇਆ ਘੁੰਨਸ, ਤੇ ਉਸ ਮੌਕੇ ਮੈਨੂੰ ਲਿਖਣ ਦਾ ਤਾਂ ਇਹ ਨਾਲ ਦੀ ਨਾਲ ਹੀ ਚੱਲਦਾ ਰਿਹਾ, ਕਿਉਂਕਿ ਸਾਹਿਤਕ ਤੌਰ 'ਤੇ ਹੋਰ ਭਾਵੇਂ ਮੇਰੇ ਕੋਲ ਕੁਛ ਹੁੰਦਾ ਚਾਹੇ ਨਾ, ਤੇ ਇੱਕ ਬਹੁਤ ਵੱਡਾ ਥੈਲਾ ਕਹਿ ਲਈਏ ਜਾਂ ਬੈਗ ਕਹਿ ਲਈਏ, ਉਹ ਕਿਤਾਬਾਂ ਦਾ ਜ਼ਰੂਰ ਹੁੰਦਾ ਸੀ। ਕਿਤਾਬ ਦਾ ਤਾਂ ਮਤਲਬ ਕਿ ਇਹੋ ਜਿਹਾ ਸੀਗਾ ਵੀ ਜੇ ਕੋਈ ਮੰਗ ਵੀ ਦੇ ਦਿੰਦਾ ਫਿਰ ਤਾਂ ਉਹਦਾ ਧੰਨਵਾਦ ਕਰਨਾ ਸੀਗਾ, ਤੇ ਆਪ ਕਿਤੋਂ ਖਰੀਦਣੀ ਪੈਂਦੀ, ਉਹ ਲੈਣੀ ਹੁੰਦੀ ਸੀ। ਪਰ ਜੇ ਕਿਤੇ ਮਨ ਦੇ ਵਿੱਚ ਗੱਲ ਹੋ ਜਾਂਦੀ ਨਾ ਵੀ ਜੇ ਦਿੰਦਾ ਤਾਂ ਹੈ ਨਹੀਂ, ਤੇ ਇਹਨੂੰ ਕਿਤਾਬ ਨੂੰ ਤਾਂ ਚੋਰੀ ਵੀ ਕਰ ਲਈਏ ਨਾ, ਤੇ ਕਿਤਾਬ ਪੜ੍ਹੇ ਬਿਨਾ ਨਹੀਂ ਰਹਿ ਜਾਂਦਾ ਸੀਗਾ। ਇਸ ਕਰਕੇ ਮੇਰਾ ਇੱਧਰ ਰੁਝਾਨ ਬਣਿਆ ਰਿਹਾ, ਤੇ ਇੱਥੇ ਆ ਕੇ ਥੋੜ੍ਹਾ ਜਿਹਾ ਫਿਰ ਜ਼ਿਆਦਾ ਖੁੱਲ੍ਹ ਗਿਆ, ਕਿਉਂਕਿ ਇੱਥੇ ਢਾਡੀ ਪਹਿਲਾਂ ਹੀ ਮੈਨੂੰ ਮਿਲਦੇ ਸਨ। ਇੱਥੇ ਜਿਹੜੀ ਗੱਲ ਚੱਲੀ ਸਾ ਗੁਰਬਖਸ਼ ਸਿੰਘ ਅਲਵੇਲਾ ਢਾਡੀ, ਜਿਹੜਾ ਆਪਣੇ ਮਾਲਵੇ ਦੇ ਵਿੱਚ ਬੜੇ ਪ੍ਰਸਿੱਧ ਹੋਏ ਨੇ, ਉਹਨਾਂ ਨੇ ਤੁਹਾਡਾ ਸਭ ਤੋਂ ਪਹਿਲਾ ਪ੍ਰਸੰਗ ਉਹਨਾਂ ਨੇ ਰਿਕਾਰਡ ਕਰਵਾਇਆ? ਹਾਂ, ਸਭ ਤੋਂ ਪਹਿਲਾਂ ਮੇਰਾ ਪ੍ਰਸੰਗ ਉਹਨਾਂ ਰਿਕਾਰਡ ਕਰਵਾਇਆ, ਤੇ ਇਸ ਕਰਕੇ ਕਈ ਕਰਵਾਏ ਉਹਨਾਂ ਨੇ ਮੇਰੇ। ਅੱਛਾ। ਪਰ ਉਹ ਆਪ ਵੀ ਬੜੇ ਵੱਡੇ ਲੇਖਕ ਸਨ, ਤੇ ਬੜੇ ਮੰਨੇ ਪ੍ਰਮੰਨੇ ਢਾਡੀ ਸਨ, ਜਿਸ ਕਰਕੇ ਮੇਰਾ ਭਾਈ ਕਨ੍ਹੱਈਆ ਦਾ ਪ੍ਰਸੰਗ ਸੇਵਾ ਨੂੰ ਵੇਵਾ। ਅੱਛਾ। ਤੇ ਉਹਨਾਂ ਨੂੰ ਮੈਂ ਜਦੋਂ ਮੇਰੇ ਕੋਲ ਆਏ ਮਿਲਣ ਵਾਸਤੇ, ਤੇ ਮੈਂ ਉਹਨਾਂ ਨੂੰ ਦਿਖਾਇਆ, ਉਹ ਕਾਪੀ ਚੱਕ ਕੇ ਹੀ ਲੈ ਗਏ। ਅੱਛਾ। ਤੇ ਪ੍ਰਸੰਗ ਕਰਾ ਕੇ ਹੀ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਵਧਾਈ ਦਿੰਦੇ ਹਾਂ ਕਿ ਤੁਹਾਡਾ ਪ੍ਰਸੰਗ ਬਹੁਤ ਵਧੀਆ ਹੋ ਗਿਆ ਹੈ। ਉਸ ਤੋਂ ਬਾਅਦ ਚਲੋ ਸੁਣਿਆ, ਫਿਰ ਉਦੋਂ ਆ ਟੇਪਾਂ ਦਾ ਯੁੱਗ ਸੀਗਾ, ਕੈਸਟਾਂ ਦਾ। ਮੇਰਾ ਖਿਆਲ ਹੈ ਵੀ ਫਿਰ ਤਾਂ ਉਸ ਤੋਂ ਬਾਅਦ ਮੈਂ ਲਿਖਦਾ ਰਿਹਾ, ਉਹ ਗਾਉਂਦੇ ਰਹੇ, ਉਹਨਾਂ ਨੂੰ ਸੁਣ ਕੇ ਹੋਰ ਬੜੇ ਢਾਡੀ ਮੇਰੇ ਕੋਲ ਆਏ, ਤੇ ਜਿਸ ਕਰਕੇ ਉਹਨਾਂ ਨੇ ਵੀ ਮੇਰੇ ਪ੍ਰਸੰਗ ਕਰਾਏ। 20 ਕੁ ਪ੍ਰਸੰਗ ਉਸ ਮੌਕੇ ਗਿਣਤੀ ਦੇ ਕੈਸਟਾਂ ਦੇ ਵਿੱਚ ਤੇ ਪ੍ਰਸੰਗਾਂ ਦੇ ਆਏ, ਜਿਵੇਂ ਮਾਧੋ ਦਾਸ ਵਿਰਾਗੀ, ਬੰਦਾ ਸਿੰਘ ਬਹਾਦਰ ਤੱਕ, ਤੇ ਧੀ ਗਰੀਬ ਦੀ। ਉਹ ਮੇਰਾ ਖਿਆਲ ਹੈ ਵੀ ਬਹੁਤ ਜ਼ਿਆਦਾ। ਉਹ ਚੋਂ ਕੁਝ ਪ੍ਰਸੰਗ ਜਿਹੜੇ ਜਿੰਦ ਮਿੱਟੀ ਢੇਰੀ ਦੇ ਵਿੱਚ ਉਹ ਸਾਰੇ ਸੀ ਜਾਂ ਕੁਝ ਘੱਟ ਸੀ? ਨਹੀਂ, ਉਹ ਤਾਂ ਬਹੁਤ ਥੋੜੇ ਸੀ ਜੀ। ਤੇ ਉਹਦੇ ਵਿੱਚ ਤਾਂ 20 ਪ੍ਰਸੰਗ ਇੱਕ ਕਿਤਾਬ ਦੇ ਵਿੱਚ ਤਾਂ ਆ ਹੀ ਨਹੀਂ ਸਕਦੇ। ਮੇਰਾ ਖਿਆਲ ਹੈ ਮੈਂ ਹੁਣ ਯਤਨ ਕਰ ਰਿਹਾ ਵੀ ਉਹ ਸਾਰੇ ਪ੍ਰਸੰਗ ਜਿਹੜੇ ਨੇ ਉਹਨਾਂ ਨੂੰ ਕਿਤਾਬੀ ਰੂਪ ਦੇਵਾਂ। ਉਹ ਤਾਂ 2-3 ਕਿਤਾਬਾਂ ਬਣ ਜਾਣਗੀਆਂ। ਹਾਂ, ਇਸ ਕਰਕੇ ਲੰਬੇ ਪ੍ਰਸੰਗ ਨੇ। ਅਲਵੇਲੇ ਤੋਂ ਬਿਨਾਂ ਢਾਡੀ ਕਿਹੜੇ ਸੀ ਹੋਰ ਜਿਨ੍ਹਾਂ ਨੇ ਤੁਹਾਨੂੰ ਗਾਇਆ? ਅਲਵੇਲਾ ਸਾਹਿਬ ਤੋਂ ਬਿਨਾਂ ਮੇਰੇ ਨਾਲ ਜਿਹੜੇ ਢਾਡੀ ਜਿਨ੍ਹਾਂ ਨੇ ਗਾਉਂਦੇ ਰਹੇ, ਮੈਨੂੰ ਇੱਕ ਮਾਝੇ ਵੱਲੋਂ ਸੀਗਾ ਦੁਆਬੇ ਦਾ ਪਵਿੱਤਰ ਸਿੰਘ, ਜੋਗਾ ਸਿੰਘ ਸਿੱਖੀ ਦੀ ਲਾਜ, ਉਹਨਾਂ ਨੇ ਗਾਇਆ। ਤੇ ਇੱਕ ਦਰਬਾਰਾ ਸਿੰਘ ਜਲਾਲ ਦੀ ਵਾਲ, ਕੈਦਣ ਧੀਆਂ, ਤੇ ਹੋਰ ਕਈ ਪ੍ਰਸੰਗ ਉਹਨਾਂ ਨੇ, ਜਿਵੇਂ ਕਿ ਆ ਜਦੋਂ ਜਿਸ ਮੌਕੇ ਆਪਣਾ ਜੰਗ ਲੱਗਿਆ ਸੀਗਾ, ਉਸ ਮੌਕੇ ਮੇਰੇ ਮਨ ਦੇ ਵਿੱਚੋਂ ਆਇਆ, ਅਖਬਾਰਾਂ ਦੀਆਂ ਕਾਟੀਆਂ ਪੜ੍ਹ ਕੇ ਹੀ ਉਹਦੇ ਵਿੱਚ ਇੱਕ ਪ੍ਰਸੰਗ ਤਿਆਰ ਕੀਤਾ, ਤੇ ਨੌਜਵਾਨ ਯੋਧਿਆਂ ਨੂੰ ਜਿਹੜੇ ਉੱਥੇ ਸ਼ਹਾਦਤਾਂ ਪਾ ਰਹੇ ਸਨ ਕਾਰਗਿਲ ਦੇ ਵਿੱਚ, ਉਸ ਮੌਕੇ ਜਿੰਦ ਵਤਨਾਂ ਤੋਂ ਵਾਰ ਗਿਆ ਮੇਰਾ ਜਿਹੜਾ ਸੀ ਨਾ ਪ੍ਰਸੰਗ,
ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਹੀ ਮੇਰਾ ਖਿਆਲ ਹੈ ਉਹ ਬਹੁਤ ਜ਼ਿਆਦਾ ਸੁਣਿਆ ਗਿਆ। ਅੱਛਾ, ਇਹ ਤਾਂ ਤੁਹਾਡੇ ਪ੍ਰਸੰਗਾਂ ਦੀ ਗੱਲ ਹੈ। ਅਨੇਕਾਂ ਵਾਰ ਕੁਛ ਸਾਡੀ ਜ਼ਿੰਦਗੀ 'ਚ ਮਨੁੱਖ ਆਉਂਦੇ ਨੇ, ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਕਵੀ ਮਨ ਨੂੰ ਇੱਕਦਮ ਪ੍ਰਭਾਵਿਤ ਕਰਦੀਆਂ ਅਤੇ ਉਹ ਉਹਨਾਂ ਦੇ ਜਾਣ ਪਿੱਛੋਂ ਜਾਂ ਦੁੱਖ ਦੱਸਣ ਪਿੱਛੋਂ ਕਵੀ ਕਵਿਤਾ ਲਿਖਣ ਬਹਿ ਜਾਂਦਾ। ਇੱਦਾਂ ਦੇ ਵੀ ਹੋਇਆ ਕਦੇ ਤੁਹਾਡੇ ਨਾਲ? ਕਈ ਵਾਰੀ, ਕਿਉਂਕਿ ਜਿਹੜੇ ਲੇਖਕ ਹੁੰਦਾ ਹੈ ਨਾ, ਉਹ ਜਿਹੜੀ ਵਿਧਾ 'ਤੇ ਵੀ ਕੰਮ ਕਰਦਾ, ਚਾਹੇ ਉਹ ਵਾਰਤਕ ਲਿਖਦਾ ਹੈ। ਮੈਨੂੰ ਕਵਿਤਾ ਦਾ ਜ਼ਿਆਦਾ ਹੈ, ਇਸ ਕਰਕੇ ਕਵਿਤਾ ਦਾ ਤਾਂ ਮੇਰਾ ਮਾਮਲਾ ਇਹੋ ਜਿਹਾ ਵੀ ਜਿਹੋ ਜਿਹੀ ਤੁਹਾਨੂੰ ਜਾਂ ਮਿੱਤਰ ਪਿਆਰਿਆਂ ਨੂੰ ਚਿੱਠੀ ਲਿਖਤੀ, ਅਤੇ ਕਈ ਵਾਰੀ ਮੈਂ ਚਿੱਠੀਆਂ ਵੀ ਕਵਿਤਾ 'ਚ ਲਿਖ ਦਿੰਦਾ ਹੁੰਦਾ ਸੀ। ਇਸ ਕਰਕੇ ਉਹ ਇਹੋ ਜਿਹੀ ਮਹਾਰਤ ਹਾਸਲ ਹੋਈ। ਹੁਣ ਵੀ ਨਹੀਂ ਕੋਈ ਬਹੁਤਾ ਲੱਗਦਾ, ਮੈਨੂੰ ਲੱਗਦਾ ਵੀ ਵਾਰਤਕਾਂ ਨਾਲੋਂ ਜੇ ਮੈਂ ਕਿਸੇ ਨੂੰ ਕੁਛ ਵੀ ਲਿਖਣਾ ਹੋਵੇ, ਇੱਕ ਚੀਜ਼ 'ਤੇ ਤੁਸੀਂ ਮੈਨੂੰ ਦੇ ਦੇਵੋ ਵੀ ਆਹ ਚੀਜ਼ 'ਤੇ ਕਵਿਤਾ ਲਿਖ ਦਿਓ। ਇੱਦਾਂ ਦੀ ਘਟਨਾ ਕੋਈ ਸੁਣਾਓ ਜਿਹੜੀ ਤੁਸੀਂ ਕਵਿਤਾ। ਹਾਂ, ਇੱਕ ਵਾਰੀ ਹੋਇਆ ਕਿ ਨਾ, ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਦਾ ਸੀ ਵੀ ਮੈਨੂੰ ਸ਼ੌਂਕ ਸੀ ਆਪਦੇ, ਜਿਵੇਂ ਵੈਦਿਕ ਤੌਰ 'ਤੇ ਵੈਦਿਕ ਸਿੱਖਣ ਦਾ। ਉਹਦੇ ਵਿੱਚ ਵੀ ਮੈਂ ਆਪਣੇ ਗੁਰੂਦੇਵ ਮਹੰਤ ਨਾਰ ਸਿੰਘ ਜੀ ਹੁਨਸਾ, ਉਹਨਾਂ ਨੇ ਮੈਨੂੰ ਸਗੋਂ ਇਹ ਗੱਲ ਕਹੀ ਸੀ ਕਿ ਬਲਵੀਰ ਸਿੰਘ, ਇੱਕ ਤਾਂ ਕੋਈ ਮੇਰਾ ਜਿਹੜਾ ਸ਼ਾਗਿਰਦ ਸੀ ਉਹ ਪਹਿਲਾਂ ਸੀਗਾ ਜਿਹਨੇ ਸਾਰੇ ਗ੍ਰੰਥ ਪੜ੍ਹੇ, ਅਤੇ ਉਸ ਤੋਂ ਬਾਅਦ ਤੂੰ ਆਇਆ, ਅਤੇ ਜਿਹਨੇ ਅਮੀਰ ਪ੍ਰਕਾਸ਼ ਤੋਂ ਲੈ ਕੇ ਮੇਘ ਵਿਨੋਦ, ਵਿਸ਼ਵ ਵਿਨੋਦ, ਜਿੰਨੇ ਗ੍ਰੰਥ ਨੇ ਸਾਡੇ ਵੀ ਉਹ ਪ੍ਰਭਾਵਿਤ ਤੌਰ 'ਤੇ ਪੜ੍ਹੇ। ਅਤੇ ਇਸ ਕਰਕੇ ਬਾਕੀ ਸਾਰੇ ਕੋਈ ਇੱਕ ਪੜ੍ਹ ਗਿਆ, ਦੋ ਪੜ੍ਹ ਗਿਆ, ਵਿਚਾਲੇ ਛੱਡ ਕੇ ਭੱਜ ਜਾਂਦੇ ਨੇ। ਅਤੇ ਉਸ ਮੌਕੇ ਫਿਰ ਉਹਨਾਂ ਤੋਂ ਜਾਣ ਤੋਂ ਬਾਅਦ ਮੈਨੂੰ ਵੀ ਸਮਾਂ ਮਿਲਿਆ ਉੱਥੇ ਸੇਵਾ ਕਰਨ ਦਾ। ਹੁਣ ਵੀ ਕਰ ਰਿਹਾ ਗੁਰਸਥਾਨ ਦੀ ਸੇਵਾ, ਸੰਤ ਅਤਰ ਸਿੰਘ ਮਹਾਰਾਜ ਜੀ ਦੇ ਤਪ ਸਥਾਨ 'ਤੇ। ਅਤੇ ਉੱਥੇ ਜਦੋਂ ਹੁਣ ਤਾਂ ਝੋਨੇ ਹੋ ਗਏ ਨੇ, ਉਦੋਂ ਨਰਮੇ ਬਹੁਤ ਜ਼ਿਆਦਾ ਹੁੰਦੇ ਸੀ। ਅੱਛਾ। ਸਾਡੇ ਆਲੇ ਦੁਆਲੇ, ਕਿਉਂਕਿ ਗੁਰਦੁਆਰਾ ਸਾਹਿਬ ਪਿੰਡ ਤੋਂ ਬਾਹਰ ਹੈ ਤਪ ਸਥਾਨ, ਉੱਥੇ ਸਾਡੀਆਂ ਬੱਚੀਆਂ, ਬੀਬੀਆਂ, ਭੈਣਾਂ, ਹੋਰ ਸਾਰੇ ਪਾਣੀ ਦੀ ਬੜੀ ਦਿੱਕਤ ਹੁੰਦੀ ਸੀ ਖੇਤਾਂ ਦੇ ਵਿੱਚ, ਗੁਰੂ ਘਰ ਤੋਂ ਹੀ ਲੈ ਕੇ ਜਾਂਦੀਆਂ। ਇੱਕ ਵਾਰੀ ਇੱਕ ਸਤਿਕਾਰਯੋਗ ਭੈਣ ਉੱਥੇ ਆਈ, ਸਿਰ ਬੰਨਿਆ ਹੋਇਆ ਉਹਦਾ, ਪੱਟੀ ਜੀ ਬੰਨੀ ਹੋਈ, ਅਤੇ ਮੈਨੂੰ ਕਹਿਣ ਲੱਗੀ ਵੀ ਮੈਨੂੰ ਸਿਰ ਦਰਦ ਬਹੁਤ ਜ਼ਿਆਦਾ ਹੁੰਦਾ ਅਤੇ ਕੋਈ ਦਵਾਈ ਦਿਓ। ਚਲੋ ਬੈਠ ਗਏ, ਮੈਂ ਦਵਾਈ ਦੇਣ ਲੱਗਿਆ, ਉਹ ਰੋ ਪਈ। ਅਤੇ ਮੈਂ ਆਖਿਆ ਭੈਣ ਕੀ ਇੰਨਾ ਦਰਦ ਹੁੰਦਾ ਤੁਹਾਨੂੰ? ਅਤੇ ਉਹ ਕਹਿਣ ਲੱਗੀ ਬਾਬਾ ਜੀ ਕੀ ਦੱਸਿਆ ਜਾਵੇ, ਵੀ ਮਨ ਦੇ ਵਿੱਚ ਕਈ ਗੱਲਾਂ ਨੇ। ਸਾਡੇ ਕੋਲ ਜ਼ਮੀਨ ਜਾਇਦਾਦ ਬਹੁਤ ਹੈ, ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਕੋਈ ਬੱਚਾ ਨਹੀਂ ਪਿੱਛੇ ਲੱਗਿਆ। ਅਤੇ ਮੈਂ ਆਖਿਆ ਚਲੋ ਇਹ ਤਾਂ ਆਪਣੇ ਕਰਮਾਂ ਦੀ ਖੇਡ ਅਤੇ ਰੱਬ ਦੀ ਦੇਣ ਹੈ। ਅਤੇ ਫਿਰ ਉਹ ਜਿਹੜੀਆਂ ਗੱਲਾਂ ਕਹਿ ਕੇ ਗਈ ਨਾ, ਉਹ ਕਹਿਣ ਲੱਗੀ ਵੀ ਅਸੀਂ ਵੱਡੇ ਵੱਡੇ ਮਕਾਨ ਕੀ ਕਰਨੇ ਨੇ, ਅਸੀਂ ਜ਼ਮੀਨਾਂ ਜਾਇਦਾਦਾਂ ਕੀ ਕਰਨੀਆਂ ਨੇ, ਅਤੇ ਇਸ ਕਰਕੇ ਚਲੋ ਚਲੀ ਗਈ। ਮੈਂ ਉੱਥੇ ਹੀ ਬੈਠਾ ਸੀਗਾ, ਮੈਂ ਕਲਮ ਚੁੱਕੀ ਆਪਣੀ, ਅਤੇ ਉਹ ਜਾਂਦੀ ਹੋਈ ਜਿਹੜੀ ਗੱਲ ਕਹਿ ਕੇ ਗਈ ਨਾ, ਕਹਿਣ ਲੱਗੀ ਜੇ ਰੱਬ ਸਾਨੂੰ ਧੀ ਵੀ ਦੇ ਦੇ ਨਾ, ਵੀ ਚਲੋ ਸਾਡਾ ਸਾਰਾ ਇਹ ਜਿਹੜਾ ਕੁਝ ਹੈ ਸਮਾਜ ਦੇ ਵਿੱਚ, ਅਸੀਂ ਉਹਦੇ ਵਿੱਚ, ਉਹਦੇ ਪਿਆਰ ਦੇ ਵਿੱਚ ਵੀ, ਅਤੇ ਸਾਰਾ ਕੁਝ ਹੋ ਜਾਵੇ। ਅਤੇ ਮੈਂ ਝੋਨਾ ਸਾਹਿਬ ਉਹਦੇ ਉੱਪਰ ਕਵਿਤਾ ਲਿਖੀ, ਉਹ ਸੀਗਾ ਸਾਨੂੰ ਭਾਵੇਂ ਦੇ ਇੱਕ ਧੀ ਦਾ ਥਿਆ। ਅੱਛਾ। ਉਹਦਾ ਹੈਡਿੰਗ ਉਹੀ ਸੀ। ਕਵਿਤਾ ਲੰਬੀ ਹੈ ਖੈਰ, ਅਤੇ ਉਹਦੇ ਵਿੱਚ ਜਿਹੜੇ ਉਹਨੇ ਮੈਨੂੰ ਕਹੇ ਨਾ, ਜਿਹੜੇ ਮੇਰੇ ਮਨ ਨੂੰ ਭਾਏ, ਉਹ ਸੀ ਕੋਈ ਨਾ ਸਰੀਰ ਵਿੱਚ ਮੜਕ ਰਹੀ, ਨੰਨੇ ਬੋਲਾਂ ਤਾਈਂ ਜਿੰਦ ਤੜਫ ਰਹੀ, ਲੱਗ ਜੇ ਜਹਾਨ ਉੱਤੇ ਜੀ ਦਾਤਿਆ, ਸਾਨੂੰ ਭਾਵੇਂ ਦੇ ਇੱਕ ਧੀ ਦਾ। ਵਾਹ ਜੀ ਵਾਹ, ਬੜੇ ਸਾਦੇ ਸ਼ਬਦ ਨੇ। ਕੰਮ ਕੀਨੇ ਕੋਠੀਆਂ ਜ਼ਮੀਨਾਂ ਭਾਰੀਆਂ, ਜਿੱਥੇ ਬੱਚੇ ਮਾਰਦੇ ਨਾ ਕਿਲਕਾਰੀਆਂ, ਬੱਚਿਆਂ ਬਗੈਰ ਜੀਣਾ ਕੀ ਦਾਤਿਆ, ਸਾਨੂੰ ਭਾਵੇਂ ਦੇ ਇੱਕ ਧੀ ਦਾਤਿਆ। ਤਾਰ ਦੇਵੋ ਸਾਡੀ ਜ਼ਿੰਦਗੀ ਨਿਮਾਣੀ ਨੂੰ, ਘੁੰਨਸਾਂ ਦਾ ਵੈਦ ਲਿਖ ਦੂ ਕਹਾਣੀ ਨੂੰ, ਪੁੱਛਣੇ ਹਵਾਲੇ ਸਾਡੇ ਕੀ ਦਾਤਿਆ, ਸਾਨੂੰ ਭਾਵੇਂ ਦੇ ਇੱਕ ਧੀ ਦਾਤਿਆ। ਉਹ ਮੇਰੇ ਪ੍ਰਸੰਗ ਦੇ ਵਿੱਚ ਇਹ ਰਿਕਾਰਡ ਵੀ ਹੋਈ। ਅੱਛਾ। ਅਤੇ ਬੜੀ ਵੱਜੀ, ਜਾਣੀ ਕਿ ਜਿਨ੍ਹਾਂ ਨੂੰ ਇਹ ਤੜਫ ਸੀ ਨਾ ਬੱਚਿਆਂ ਦੀ, ਉਹਨਾਂ ਨੇ ਤਕਰੀਬਨ ਸਾਰਿਆਂ ਨੇ ਮੈਨੂੰ ਜਿੱਥੇ ਜਿੱਥੇ ਵੀ ਮਿਲਿਆ ਨਾ, ਉਹ ਇਹੋ ਗੱਲ ਹੋਈ ਵੀ ਤੂੰ ਇਹ ਕਵਿਤਾ ਤਾਂ ਸਾਡੇ 'ਤੇ ਲਿਖਤੀ ਸੀ।
ਇਹਦਾ ਮਤਲਬ ਜ਼ਿੰਦਗੀ ਦੀ ਜੋ ਵਰਤਮਾਨ ਹਾਲਤ ਹੋਵੇ ਜਾਂ ਜਿਹੜਾ ਜੀਵਨ ਲੋਕ ਹੰਢਾ ਰਹੇ ਹੋਣ, ਜਦੋਂ ਤੱਕ ਕਵਿਤਾ ਦੇ ਵਿੱਚੋਂ ਨਹੀਂ ਆਉਂਦਾ ਤਾਂ ਲੋਕ ਉਸ ਰਚਨਾ ਨੂੰ ਆਪਣੀ ਰਚਨਾ ਨਹੀਂ ਬਣਾਉਂਦੇ, ਮਨ 'ਚ ਨਹੀਂ ਵਸਾਉਂਦੇ। ਇਸ ਤੋਂ ਬਿਨਾਂ ਜਿਹੜਾ ਤੁਹਾਡਾ ਇੱਕ ਪੱਖ ਹੋਰ ਹੈ ਵੀ ਆਪਣੇ ਮਾਲਵੇ ਦੇ ਵਿੱਚ ਕਹਿ ਲਓ ਜਾਂ ਪੰਜਾਬ ਵਿੱਚ ਕਹਿ ਲਓ, ਜਗਦੇਵ ਸਿੰਘ ਜੱਸੋਵਾਲ ਜੀ ਸਾਡੇ, ਉਹਨਾਂ ਨੂੰ ਮਾਣ ਹਾਸਲ ਹੈ ਕਿ ਸਭ ਤੋਂ ਵੱਧ ਜਿੰਨੇ ਗਾਇਕਾਂ ਦਾ ਅਤੇ ਗੀਤਕਾਰਾਂ ਦਾ ਉਹਨਾਂ ਨੇ ਸਨਮਾਨ ਕੀਤਾ। ਉਸ ਤਰ੍ਹਾਂ ਦਾ ਤੁਹਾਡੇ ਜਿਹੜਾ ਤੁਹਾਨੂੰ ਇੱਕ ਤਰ੍ਹਾਂ ਦਾ ਮਾਣ ਜਾਂਦਾ, ਉਹ ਇਹ ਹੈ ਕਿ ਮਾਲਵੇ ਧਰਤੀ 'ਤੇ ਸਭ ਤੋਂ ਵੱਧ ਲੇਖਕਾਂ ਨੂੰ ਤੁਸੀਂ ਸਨਮਾਨਿਤ ਕੀਤਾ। ਉਹਦੇ ਕੀ ਕਾਰਨ ਸੀ ਤੇ ਕੀ ਤੁਹਾਡੀ ਸੋਚ ਸੀ? ਦੇਖੋ, ਇੱਕ ਗੱਲ ਤਾਂ ਇਹ ਹੈ ਵੀ ਸੱਚ ਹੈ ਤੁਹਾਡੀ ਗੱਲ ਵੀ ਇਸ ਤੋਂ ਪਹਿਲਾਂ ਡੇਰਿਆਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਸੀ ਵੀ ਜਿਹੜਾ ਬਾਹਰਲਾ ਸਾਹਿਤ ਹੈ ਨਾ, ਤੇ ਇਹ ਬਹੁਤ ਘੱਟ ਪੜ੍ਹਿਆ ਜਾਂਦਾ ਸੀ। ਅੱਛਾ। ਨਾਵਲਾਂ ਵਗੈਰਾ ਦੀ ਤਾਂ ਕੋਈ ਗੱਲ ਮਤਲਬ ਹੀ ਨਹੀਂ ਸੀਗਾ। ਤੇ ਇਸ ਪਾਸੇ ਰਹੋ, ਧਾਰਮਿਕ ਤੌਰ 'ਤੇ ਰਹੋ, ਇਹ ਸੀ। ਪਰ ਮੇਰੇ ਮਨ ਦੇ ਵਿੱਚ ਇਹ ਗੱਲ ਹੋਈ ਵੀ ਜਿਹੜੇ ਲੇਖਕ ਉਹ ਕਿਸੇ ਦੇ ਮੁਹਤਾਜ ਤਾਂ ਹੁੰਦੇ ਨਹੀਂ, ਨਾ ਕਿਸੇ ਮਾਨ ਸਨਮਾਨ ਦੇ ਮੁਹਤਾਜ ਹੁੰਦੇ ਨੇ। ਉਹਨਾਂ ਨੇ ਆਪਣੀ ਜਿਹੜੀ ਹੈ ਭਾਵਨਾ ਉਹ ਆਪਣੀਆਂ ਲਿਖਤਾਂ ਦੇ ਵਿੱਚ ਪ੍ਰਗਟ ਕੀਤੀ ਹੁੰਦੀ ਹੈ। ਤੇ ਮੇਰੀ ਭਾਵਨਾ ਇਹ ਸੀਗੀ ਵੀ ਲੇਖਕ ਕਿਸੇ ਦੇ ਮੁਹਤਾਜ ਨਹੀਂ ਹੁੰਦੇ। ਸਾਡਾ ਇਹ ਧਰਮ ਹੈ, ਜਿਹੜੇ ਬੰਦੇ ਅਸੀਂ ਪੜ੍ਹਦੇ ਆ ਨਾ, ਤੇ ਉਹ ਇੰਨਾ ਕੁਛ ਕਰਦੇ ਆ, ਰਾਤਾਂ ਜਾਗਦੇ ਆ, ਲਿਖਦੇ ਆ, ਤੇ ਫਿਰ ਪਤਾ ਨਹੀਂ ਕਿੰਨਾ ਕਿੰਨਾ ਹਿੱਲਿਆਂ ਨਾਲ ਕਿਤਾਬ ਛਪਾਉਂਦੇ ਆ। ਤੇ ਕਈ ਲੇਖਕ ਤਾਂ ਵਿਚਾਰੇ ਇੰਨੇ ਗਰੀਬ ਹੁੰਦੇ ਆ, ਤੇ ਉਹ ਜਿਹੜੀ ਆਪਣੀ ਪੁਸਤਕ ਹੈ ਨਾ, ਕਈ ਵਾਰੀ ਮੇਰਾ ਖਿਆਲ ਆ ਵੀ ਉਹ ਦੁਨੀਆ ਦੇ ਵਿੱਚ ਲਿਆ ਹੀ ਨਹੀਂ ਸਕਦੇ। ਲਿਖ ਲੈਣਾ ਹੋਰ ਗੱਲ ਹੈ, ਉਹਨੂੰ ਪੜ੍ਹਾ ਦੇਣਾ, ਇੱਥੇ ਤੱਕ ਪਹੁੰਚਣਾ ਮੇਰਾ ਖਿਆਲ ਹੈ ਵੀ ਕਈਆਂ ਦੇ ਕਰਮਾਂ 'ਚ ਨਹੀਂ ਹੁੰਦਾ। ਦਿਮਾਗ ਹੁੰਦਾ, ਲਿਖਤਾਂ ਬੜੀਆਂ ਤਕੜੀਆਂ ਹੁੰਦੀਆਂ ਨੇ, ਰਹਿ ਜਾਂਦੀਆਂ ਨੇ। ਤੇ ਇਸ ਕਰਕੇ ਮੇਰੀ ਭਾਵਨਾ ਸੀ ਵੀ ਜਿਹੜੇ ਸ਼ਬਦ ਨੇ, ਜਿਹੜੇ ਮਾਂ ਬੋਲੀ ਦੀ ਸੇਵਾ ਕਰਦੇ ਨੇ, ਉਹਨਾਂ ਦੀ ਕਦਰ ਕੀਤੀ ਜਾਵੇ। ਉਹਨੂੰ ਮੈਂ ਆਪਣਾ ਧਰਮ ਸਮਝਿਆ, ਪੁੰਨ ਸਮਝਿਆ। ਇਸ ਕਰਕੇ 1992 ਤੋਂ ਲੈ ਕੇ ਪਹਿਲਾਂ ਤਾਂ ਜਸਵੰਤ ਸਿੰਘ ਕਮਲ ਸਾਹਿਬ, ਉਹਨਾਂ ਨੂੰ ਸਨਮਾਨਿਤ ਕੀਤਾ। ਫਿਰ ਸੋਹਣ ਸਿੰਘ ਸੀਤਲ ਸਾਹਿਬ, ਨਾਵਲਿਸ਼ ਗੁਰਦਿਆਲ ਸਿੰਘ, ਤੇ ਬਿਰਦੀ ਸਾਹਿਬ, ਗੁਰਬਚਨ ਸਿੰਘ ਭੁੱਲਰ, ਕਹਿਣ ਤੋਂ ਭਾਵ ਬਹੁਤ ਵੱਡੀ ਗਿਣਤੀ ਹੈ। ਅਣਖੀ ਸਾਹਿਬ ਹੋ ਗਏ, ਸੰਤੋਖ ਸਿੰਘ ਧੀਰ, ਪ੍ਰਕਾਸ਼ ਕਾਸੋਹਰੀ। ਤੇ ਇਸ ਕਰਕੇ ਮੇਰਾ ਖਿਆਲ ਹੈ ਮੈਂ ਲਿਸਟ ਤਾਂ ਨਹੀਂ ਲੈ ਕੇ ਆਇਆ, ਬਹੁਤ ਜ਼ਿਆਦਾ। ਫਿਰ ਅਸੀਂ 5-5 ਸ਼ੁਰੂ ਕਰ ਦਿੱਤੇ। ਅੱਛਾ। 5-5 ਸ਼ੁਰੂ ਕਰ ਦਿੱਤੇ ਕਿਉਂਕਿ ਬਜ਼ੁਰਗ ਲੇਖਕ ਸਨ, ਤੇ ਮਨ ਕਰਦਾ ਸੀਗਾ ਵੀ ਕੋਈ ਰਹਿ ਨਾ ਜਾਵੇ। ਇੱਕ ਦੀ ਬਜਾਏ 5 ਨੂੰ ਸ਼ੁਰੂ ਕੀਤਾ। ਤੇ ਉਹਨਾਂ ਦਾ ਸਨਮਾਨ ਵੀ ਐਡਾ ਵੱਡਾ ਸੀਗਾ, ਕਿਉਂਕਿ ਇੱਕ ਪਾਸੇ ਤਾਂ ਕਹਿੰਦੇ ਸੀ ਨਾ ਵੀ ਇਹ ਗੁਰਦੁਆਰਾ ਵਾਲੇ, ਡੇਰਿਆਂ ਵਾਲੇ ਲੇਖਕਾਂ ਦਾ ਮਾਨ ਸਨਮਾਨ ਨਹੀਂ ਕਰਦੇ, ਹੋਰ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ। ਪਰ ਮੈਂ ਸਾਰੀਆਂ ਪਰਤਾਂ ਨੂੰ ਤੋੜ ਕੇ ਬਹੁਤ ਵੱਡੇ, ਜਿੱਥੇ 5-5, ਕਈ ਵਾਰੀ ਇਸ ਤੋਂ ਵੀ ਵੱਧ ਇਕੱਠ ਹੋ ਜਾਂਦਾ, 5-5 ਹਜ਼ਾਰ ਤੋਂ ਵੀ ਵੱਧ, ਆਲਾ ਦੁਆਲਾ ਸਾਰੇ ਤਾਲੂ। ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਕਿੰਨੇ ਵਾਰੀ ਉਹਨਾਂ ਤੋਂ ਸਨਮਾਨ ਦਿਵਾਇਆ ਲਾ ਕੇ। ਡਿਪਟੀ ਸੀਐਮ। ਤੁਸੀਂ ਹੁਣ ਤੱਕ ਲੇਖਕਾਂ ਦੇ ਬੜੇ ਸਨਮਾਨ ਕੀਤੇ, ਉਹਨਾਂ ਦੀਆਂ ਰਚਨਾਵਾਂ ਪੜ੍ਹੀਆਂ। ਜਿਹੜੇ ਲੇਖਕ ਸਾਡੇ ਅੱਜ ਨਹੀਂ ਰਹੇ, ਉਹਨਾਂ ਦੇ ਵਿੱਚੋਂ ਕਿਸ ਕਿਸ ਨੂੰ ਪੜ੍ਹਿਆ ਤੁਸੀਂ? ਮੈਂ ਪਹਿਲਾਂ ਵੀ ਬੇਨਤੀ ਕਰਿਆ ਵੀ ਸੋਹਣ ਸਿੰਘ ਸੀਤਲ ਹੋਰਾਂ ਨੂੰ, ਉਹਨਾਂ ਦੇ ਸਾਰੇ ਨਾਵਲ ਤਕਰੀਬਨ ਮੈਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਜਾਂਦਾ ਨਾ, ਉੱਥੋਂ ਤਕਰੀਬਨ ਇੱਕ ਲੇਖਕ ਜਿਹੜਾ ਵੀ ਹੁੰਦਾ, ਉਹਦੇ ਜਿੰਨੇ ਵੀ ਨਾਵਲ ਹੁੰਦੇ, ਤੇ ਉਹ ਚਾਤਰ ਸਿੰਘ, ਜੀਵਨ ਸਿੰਘ ਹੋਰੀ, ਜਾਂ ਉਹ ਜਿੰਨੇ ਵੀ ਉੱਥੇ, ਮੈਂ ਮੇਰੀ ਰੁਚੀ ਸੀ ਇਹ। ਮੈਂ ਇੱਕ ਵਾਰੀ ਕਹਿੰਦਾ ਵੀ ਸਾਰੇ ਕੱਢ ਕੇ ਦੇ ਦਿਓ ਮੈਨੂੰ, ਮੈਂ ਸਾਰੇ ਲੈ ਆਉਣੇ। ਸਮਾਂ ਸੀ ਮੇਰੇ ਕੋਲ, ਮੈਂ ਰਾਤਾਂ ਨੂੰ ਵੀ ਪੜ੍ਹੀ ਜਾਂਦਾ, ਉਹਨਾਂ ਨੂੰ ਪੜ੍ਹਿਆ। ਤੇ ਉਸ ਮੌਕੇ ਹੀ ਜਿਵੇਂ ਜੀਵਨ ਗੁੰਝਲ ਨਾਵਲ, SS ਅਮੋਲ, ਸਨਮ ਸਿੰਘ ਅਮੋਲ ਦਾ, ਉਹ ਜਿਹੇ ਜਿਹੜੇ ਕਿ ਪੁਰਾਣੇ ਲੇਖਕ ਜਿਵੇਂ ਗੁਰਬਖਸ਼ ਸਿੰਘ ਪ੍ਰੀਤ ਲੜੀ, ਉਹਨਾਂ ਦਾ ਤਕਰੀਬਨ ਸਾਰਾ ਸਾਹਿਤ ਜਿੰਨਾ ਉਹਨਾਂ ਨੇ, ਮੇਰੀ ਦਸਤਾਰ ਤੱਕ ਜਿੰਨਾ ਸੀਗਾ, ਉਹ ਸਾਰੇ ਪੜ੍ਹੇ। ਤੇ ਮੈਨੂੰ ਨਹੀਂ ਲੱਗਦਾ ਜਿਵੇਂ ਕਮਲ ਸਾਹਿਬ, ਉਹ ਸਾਰੇ ਪੜ੍ਹੇ। ਤੇ ਇਸ ਕਰਕੇ ਜਿਵੇਂ ਮਹਾਬਲੀ,
ਸੜਕਨਾਮਾ ਬਲਦੇਵ ਸਿੰਘ ਹੋਰੀ ਹਾਂ ਤੇ ਮੇਰਾ ਦਾਗਸਤਾਨ, ਅੱਛਾ ਠੀਕ ਹੈ ਨਾ, ਅਸਲੀ ਇਨਸਾਨ ਦੀ ਕਹਾਣੀ। ਅੱਛਾ ਕਹਿਣ ਤੋਂ ਭਾਵੇਂ ਮੇਰੇ ਵੀ ਨਹੀਂ ਯਾਦ ਹੋਣੇ ਇੰਨੇ ਵੀ ਤਕਰੀਬਨ ਮੈਂ ਇੱਕ ਸਰਦਾ ਸਤਿਕਾਰ ਸਹਿਤ ਇਹਨਾਂ ਸਾਰਿਆਂ ਨੂੰ ਪੜ੍ਹਿਆ, ਕਿਉਂਕਿ ਪੰਜਾਬੀ ਦਾ ਮਾਨ ਸਨ। ਤੇ ਅਸੀਂ ਸਭ ਤੋਂ ਪਹਿਲਾਂ ਮਾਂ ਬੋਲੀ ਨੂੰ ਜੇ ਪ੍ਰਫੁੱਲਿਤ ਕਰਨਾ ਨਾ, ਉਹ ਚੌਹਾਨ ਸਾਹਿਬ ਆਪ ਵੀ ਪੜ੍ਹਨਾ ਹੁੰਦਾ ਹੈ ਤੇ ਬਾਕੀ ਜਿੱਥੇ ਤੱਕ ਹੋ ਸਕੇ ਮੇਰਾ ਯਤਨ ਰਿਹਾ ਵੀ ਮੈਂ ਉਹਨੂੰ ਪ੍ਰਸਾਦ ਦੀ ਤਰ੍ਹਾਂ ਅੱਛਾ ਤੇ ਅੱਗੇ ਵੰਡਿਆ ਜਾਵੇ, ਤੇ ਜਿਸ ਕਰਕੇ ਬਹੁਤ ਹੋਰ ਵੀ ਪੜ੍ਹਾਇਆ। ਇੱਕ ਦੱਸੋ ਵੀ ਕਿ ਜੇ ਤੁਸੀਂ ਕਵੀ ਨਾ ਹੁੰਦੇ ਜਾਂ ਕਿਤਾਬਾਂ ਦੇ ਪਾਠਕ ਨਾ ਹੁੰਦੇ ਕਿ ਜਾਂ ਤੁਹਾਡਾ ਇੰਨਾ ਅਧਿਐਨ ਵਿਸ਼ਾਲ ਨਾ ਹੁੰਦਾ ਸਾਹਿਤ ਦਾ, ਇਹ ਦੱਸੋ ਕਿ ਫੇਰ ਕੀ ਹੁੰਦੇ ਤੁਸੀਂ? ਨਹੀਂ, ਮੈਂ ਇਹੀ ਹੋਣਾ ਸੀਗਾ। ਹਾਂਜੀ ਇਹ ਹੋ ਨਹੀਂ ਸਕਦਾ ਮੈਂ ਫੇਰ ਕੀ ਹੁੰਦਾ, ਹਾਂ ਕਿਉਂਕਿ ਜਿਹੜੀ ਜਨਮ ਦੇ ਵਿੱਚੋਂ ਗੁੜਤੀ ਮਿਲ ਜਾਵੇ ਨਾ, ਜਦੋਂ ਬੰਦਾ ਉਧਰ ਲੱਗ ਜਾਂਦਾ ਨਾ, ਤੇ ਮੇਰਾ ਖਿਆਲ ਹੈ ਫਿਰ ਮੈਨੂੰ ਤਾਂ ਪਤਾ ਨਹੀਂ ਮੈਂ ਕੀ ਹੁੰਦਾ। ਹੁਣ ਮੈਨੂੰ ਪਤਾ ਮੈਂ ਕੀ ਹੁੰਦਾ, ਕਿਉਂਕਿ ਮੈਂ ਇੰਨਾ ਸਾਹਿਤ ਪੜ੍ਹਿਆ ਜਿਹਦੇ ਵਿੱਚੋਂ ਮੈਂ ਉਹਨਾਂ ਨੂੰ ਸਤਿਕਾਰ ਵੀ ਬਹੁਤ ਦਿੱਤਾ, ਠੀਕ ਹੈ ਨਾ। ਬਹੁਤ ਵੱਡੇ ਲੇਖਕ ਹੁੰਦੇ ਨੇ ਜੀ। ਉਸ ਤੋਂ ਇਲਾਵਾ ਚਲੋ ਇਹ ਤਾਂ ਨਾਵਲ ਜਾਂ ਵਾਰਕ ਦੀ ਗੱਲ ਸੀ, ਮੈਨੂੰ ਰੁਚੀ ਜ਼ਿਆਦਾ ਕਵਿਤਾ ਵਾਲੀ ਸੀ। ਜਿੰਨੀਆਂ ਕਵਿਤਾ ਢਾਡੀਆਂ ਦੀਆਂ ਜਾਂ ਹੋਰ ਹੁੰਦੇ ਉਹਨਾਂ ਨੂੰ ਮੈਂ ਜ਼ਿਆਦਾ ਪੜ੍ਹਦਾ ਸੀ, ਤੇ ਇਸ ਕਰਕੇ ਮੈਨੂੰ ਆਪਣੀ ਇਸ ਪਾਸੇ ਆਉਣ ਦਾ ਸਮਾਂ ਮਿਲਿਆ, ਤੇ ਮੈਨੂੰ ਇਸ ਪੱਖ ਨੇ ਮਾਨ ਸਨਮਾਨ ਬਹੁਤ ਦਵਾਇਆ। ਉਦੋਂ ਤੁਹਾਨੂੰ ਇਹ ਸੀਗਾ ਕਿ ਅਨੇਕਾਂ ਪਿੰਡਾਂ ਦੇ ਵਿੱਚ ਧਾਰਮਿਕ ਸਮਾਗਮ ਹੁੰਦੇ, ਉੱਥੇ ਤੁਹਾਡੇ ਗੀਤ ਸੁਣਨ ਨੂੰ, ਕਵਿਤਾਵਾਂ ਜਿਹੜੀਆਂ ਮਿਲਦੀਆਂ ਸੀਗੀਆਂ। ਹੋਰ ਤੁਸੀਂ ਮਤਲਬ ਬੜੇ ਪੱਖਾਂ ਦੇ ਉੱਤੇ ਸਾਹਿਤ ਦੀ ਸੇਵਾ ਕੀਤੀ ਜਾਂ ਲੇਖਕਾਂ ਨੂੰ ਸਨਮਾਨ ਦਿੱਤਾ। ਅੰਤ 'ਚ ਨੌਜਵਾਨ ਜਿਹੜੀ ਪੀੜ੍ਹੀ ਸਾਡੇ ਪਿੰਡਾਂ ਦੀ ਹੈ, ਤੁਸੀਂ ਗੁਰੂ ਘਰ 'ਚ ਲਾਇਬ੍ਰੇਰੀ ਬਣਾਈ ਹੋਈ ਹੈ, ਉੱਥੋਂ ਵੀ ਮੁੰਡੇ ਕੁੜੀਆਂ ਕਿਤਾਬਾਂ ਤੁਹਾਡੇ ਕੋਲ ਲੈ ਜਾਂਦੇ ਆ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਉਹਨਾਂ ਨੂੰ ਸਾਹਿਤ ਕਿਉਂ ਪੜ੍ਹਨਾ ਚਾਹੀਦਾ ਹੈ, ਕਾਹਦੇ ਲਈ ਉਹ ਪੜ੍ਹਨ? ਦੇਖੋ, ਜਿਹੜਾ ਸਾਹਿਤ ਹੈ ਨਾ, ਇਹਨੂੰ ਜੇ ਮਾਂ-ਬਾਪ ਕਹਿ ਲਈਏ, ਮਾਂ-ਬਾਪ ਦੀ ਜਿਵੇਂ ਸਿੱਖਿਆ ਹੁੰਦੀ ਹੈ ਨਾ, ਜਿਹੜੀ ਗੱਲ ਇਸ ਤੋਂ ਕਿੰਨੇ ਸੌ ਸਾਲ ਪਹਿਲਾਂ ਵਾਪਰ ਗਈ, ਉਹ ਜਿੰਨਾ ਮਰਜ਼ੀ ਯਤਨ ਕਰ ਲਓ ਤੁਸੀਂ, ਉਹ ਤੁਹਾਨੂੰ ਪੜ੍ਹੇ ਤੋਂ ਬਿਨਾਂ ਨਹੀਂ ਮਿਲੇਗੀ। ਮੰਨ ਲਓ 100 ਸਾਲ ਪਹਿਲਾਂ ਦੀਆਂ ਗੱਲਾਂ ਸੋਹਣ ਸਿੰਘ ਸੀਤਲੋਰਾਂ ਦੀਆਂ ਨੇ। ਹੁਣ ਲਾਹੌਰ ਕੌਣ ਜਾਊਗਾ ਜੀ, ਉੱਥੇ ਕੌਣ ਦੇਖੂਗਾ ਜੀ? ਸਾਡਾ ਰਾਜ ਸੀ, ਸਿੱਖ ਰਾਜ ਸੀ ਸਾਡਾ। ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਰਾਜ ਕੀਤਾ। ਰਾਜ ਵੀ ਇਹੋ ਜਿਹਾ ਸੀ ਜਿਹਦੇ ਜਰਨੈਲ ਹਰੀ ਸਿੰਘ ਨਲੂਆ ਵਰਗੇ ਉਹ ਦਰਾ ਖੈਬਰ ਤੱਕ ਜਿਨ੍ਹਾਂ ਦੀਆਂ ਧਾਗਾਂ ਜਮਾਈਆਂ ਹੋਈਆਂ ਸੀ। ਇਸ ਕਰਕੇ ਚੌਹਾਨ ਸਾਹਿਬ ਸਾਰਿਆਂ ਦੇ ਕਰਮਾਂ ਵਿੱਚ ਨਹੀਂ ਹੁੰਦਾ ਉੱਥੇ ਜਾ ਕੇ ਅਸੀਂ ਰਾਜ ਭਾਗ, ਜਿੱਥੇ ਅਸੀਂ ਰਾਜ ਭਾਗ ਕੀਤਾ ਹੈ ਉੱਥੇ ਜਾਈਏ। ਪਰ ਉੱਥੋਂ ਦਾ ਸਾਹਿਤ ਜਦੋਂ ਆਉਂਦਾ ਨਾ, ਉਹ ਪੜ੍ਹ ਕੇ ਜਦੋਂ ਅਸੀਂ ਪੜ੍ਹਦੇ ਹਾਂ, ਇਉਂ ਲੱਗਦਾ ਵੀ ਅਸੀਂ ਉੱਥੇ ਹੀ ਫਿਰਦੇ ਹਾਂ। ਇਸ ਕਰਕੇ ਮੈਂ ਨੌਜਵਾਨਾਂ ਨੂੰ ਇਹੀ ਬੇਨਤੀ ਕਰਾਂਗਾ ਵੀ ਆਪਣੀਆਂ ਜਿਹੜੀਆਂ ਰੁਚੀਆਂ ਨੇ ਨਾ, ਰੱਖੋ ਹਰ ਇੱਕ ਪੱਖ ਦੇ ਉੱਪਰ। ਇਸੇ ਕਰਕੇ ਤੁਹਾਨੂੰ ਜਿਹੜੀਆਂ ਹੈਗੀਆਂ ਅੱਗੇ ਵਧਣ ਦੀਆਂ ਸਮਾਂ ਵਕਤ ਜਦੋਂ ਮਿਲਦਾ ਵਧਣਾ ਚਾਹੀਦਾ। ਪਰ ਜਿਹੜੀ ਆਪਣੀ ਮਾਂ ਹੁੰਦੀ ਹੈ, ਬੰਦਾ ਕਿਤੇ ਵੀ ਬੈਠਾ ਹੋਵੇ, ਉਹ ਦੋ ਤਿੰਨ ਗੱਲਾਂ ਨੂੰ ਨਹੀਂ ਭੁੱਲਦਾ, ਆਪਣੇ ਅਧਿਆਪਕ ਨੂੰ ਨਹੀਂ ਭੁੱਲਦਾ, ਕਿਉਂਕਿ ਉਹ ਕਰਮਦਾਤਾ ਹੁੰਦਾ ਹੈ। ਜੇ ਕੋਈ ਰਾਸ਼ਟਰਪਤੀ ਬਣ ਜੇ, ਮੁੱਖ ਮੰਤਰੀ ਬਣ ਜੇ, ਜੋ ਮਰਜ਼ੀ ਬਣ ਜੇ, ਜਦੋਂ ਉਹਨੂੰ ਫੁਰਸਤ ਦੇ ਪਲ ਮਿਲਦੇ ਹੈ, ਉਹਦੀ ਜਦੋਂ ਨਜ਼ਰ ਇਸ ਪਾਸੇ ਆਉਂਦੀ ਹੈ, ਤੇ ਫਿਰ ਉਹ ਆਪਣੀ ਮਾਂ ਨੂੰ, ਆਪਣੀ ਮਿੱਟੀ ਨੂੰ ਤੇ ਆਪਣੇ ਅਧਿਆਪਕ ਨੂੰ ਨਹੀਂ ਭੁੱਲਦਾ। ਇਸ ਕਰਕੇ ਜਿਹੜਾ ਸਾਹਿਤ ਹੈ, ਇਹ ਮਾਂ ਦੀਆਂ ਲੋਰੀਆਂ ਵਿੱਚ ਵੀ ਹੈ, ਇਹ ਮਾਂ ਬੋਲੀ ਦੇ ਵਿੱਚ, ਅਸੀਂ ਮਾਂ ਬੋਲੀ ਜਿਹਨੂੰ ਕਹਿੰਦੇ ਹਾਂ, ਇਹ ਸਾਹਿਤ ਹੀ ਹੈ। ਤੇ ਸਾਡਾ ਅਧਿਆਪਕ ਜੋ ਹੈ, ਉਹ ਵੀ ਸਾਨੂੰ ਮਾਂ ਵਰਗੀਆਂ ਲੋਰੀਆਂ ਦੇ ਕੇ ਤੇ ਸਾਨੂੰ ਅੱਗੇ ਸਾਡੇ ਦਿਮਾਗ ਦਾ ਜਿਹੜਾ ਹੈ ਅੱਗੇ ਚੱਲਣ ਵਾਸਤੇ ਕਿਰਪਾ ਕਰਦਾ ਹੈ। ਇਸ ਕਰਕੇ ਮੈਂ ਤਾਂ ਇਹ ਗੱਲ ਕਹਿਣਾ ਵੀ ਸਾਹਿਤ ਪੜ੍ਹਨਾ ਚਾਹੀਦਾ ਹੈ, ਨੌਜਵਾਨਾਂ ਨੂੰ ਇੱਧਰ ਜੁੜਨਾ ਚਾਹੀਦਾ ਹੈ। ਤੇ ਇਹ ਜਿਹੜਾ ਤੀਸਰਾ ਨੇਤਰ ਜਿਹੜਾ ਖੁੱਲ੍ਹਣਾ ਹੈ ਨਾ, ਉਹ ਵਿੱਦਿਆ ਨਾਲ ਹੈ, ਸਾਹਿਤ ਨਾਲ ਹੈ। ਤੁਸੀਂ ਮੈਨੂੰ ਸਵਾਲ ਕੀਤਾ ਸੀ ਇੱਕ ਵੀ ਜੇ ਤੁਸੀਂ ਇਸ ਪਾਸੇ ਨਾ ਹੁੰਦੇ ਤਾਂ ਤੁਸੀਂ ਸਾਹਿਤ ਇਹ ਕੁਛ ਨਾ ਬਣਦੇ। ਹਾਂ, ਇਸ ਗੱਲ ਦਾ ਮੈਂ ਤੁਹਾਨੂੰ ਇਹੀ ਕਹਾਂਗਾ ਵੀ ਜੇ ਮੈਂ ਸਾਹਿਤ ਨਾਲ ਨਾ ਜੁੜਿਆ ਹੁੰਦਾ, ਸ਼ਾਇਦ ਮੈਂ ਸੰਸਦੀ ਸਕੱਤਰ ਵੀ ਨਾ ਬਣਦਾ। ਜੇ ਮੈਂ ਸਾਹਿਤ ਨਾਲ ਨਾ ਜੁੜਿਆ ਹੁੰਦਾ ਤੇ ਫਿਰ ਮੈਂ ਆਪ ਤਾਂ ਪ੍ਰਸੰਗ ਕੀ ਲਿਖਣੇ ਸੀਗੇ ਤੇ ਮੈਨੂੰ ਕਵਿਤਾ ਕੀ ਔੜਨੀ ਸੀ। ਇਸ ਕਰਕੇ ਸਾਰੀ ਸਾਹਿਤ ਦੀ ਦੇਣ ਹੈ।
ਇਸ ਕਰਕੇ ਸਾਹਿਤ ਨਾਲ ਤਾਂ ਮੇਰਾ ਜਿਹੜਾ ਹੈ ਨਾ ਇੰਨਾ ਜੁੜਿਆ ਹੋਇਆ ਮਨ ਹੈ। ਅੱਛਾ ਸੰਤ ਜੀ, ਅੱਜ ਤੁਸੀਂ ਆਪਣੇ ਰਜੇਵੇਂ ਭਰੀ ਜ਼ਿੰਦਗੀ ਦੇ ਵਿੱਚੋਂ ਸਾਡੇ ਚੈਨਲ ਵਾਸਤੇ ਇੰਨਾ ਸਮਾਂ ਕੱਢਿਆ, ਮੈਂ ਤੁਹਾਡਾ ਧੰਨਵਾਦ ਕਰਦਾ। ਹੁਣ ਤੁਸੀਂ ਵੇਖ ਰਹੇ ਸੀ ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੇ ਕਾਵਿ ਸਫ਼ਰ ਤੇ ਇੱਕ ਵਿਸ਼ੇਸ਼ ਮੁਲਾਕਾਤੀ ਸਨ ਸ਼੍ਰੀ ਬੂਟਾ ਸਿੰਘ ਚੌਹਾਨ। ਦੋਸਤੋ, ਚੌਹਾਨ ਐਂਟਰਟੇਨਮੈਂਟ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲੋ। ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਡੇ ਚੱਲਦੇ ਪ੍ਰੋਗਰਾਮਾਂ ਦੇ ਬਾਰੇ ਵਿੱਚ ਜ਼ਰੂਰ ਆਪਣੀ ਰਾਏ ਦਿਓ। ਜੁੜੇ ਰਹੋ ਚੌਹਾਨ ਐਂਟਰਟੇਨਮੈਂਟ ਚੈਨਲ ਦੇ ਨਾਲ। ਸ਼ੁਕਰੀਆ।